ਸਮੇਲ ਪੌਡਕਾਸਟ ਦੀ ਲੜੀ ਨੰਬਰ 13 ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਮੇਜਰ ਮੰਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਪਿਛਲੇ ਪ੍ਰੋਗਰਾਮਾਂ ਵਿੱਚ ਤੁਹਾਡੇ ਵੱਲੋਂ ਮਿਲੇ ਸਹਿਯੋਗ ਨੇ ਸਾਡਾ ਹੌਸਲਾ ਵਧਾਇਆ ਹੈ। ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਵੀ ਸਾਰੇ ਦਾ ਸਾਰਾ ਵੇਖੋਗੇ ਅਤੇ ਸਾਨੂੰ ਆਪਣੇ ਵਿਚਾਰ ਜ਼ਰੂਰ ਸਾਡੇ ਤੱਕ ਪਹੁੰਚਦੇ ਕਰੋਗੇ। ਤੇ ਇਹ ਲੜੀਆਂ ਲਗਾਤਾਰ ਚੱਲ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਾਂਗੇ। ਸੋ ਦੋਸਤੋ, ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਸ ਸੂਬੇ ਦੇ ਵਿੱਚੋਂ ਮੈਂ ਪ੍ਰੋਗਰਾਮ ਪੇਸ਼ ਕਰ ਰਿਹਾ ਹਾਂ ਅੰਟਾਰੀਓ ਤੋਂ ਉਸ ਦੀ ਗੱਲ ਕਰਾਂਗੇ। ਸੋ ਅੰਟਾਰੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਕੋਵਿਡ ਦੇ ਜਿਹੜੇ ਹਾਲਾਤ ਨੇ ਕੋਈ ਬਹੁਤੇ ਠੀਕ ਨਹੀਂ ਤੇ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਭੀੜ ਹੈ ਤੇ ਜਿਹੜੇ ਇੰਟੈਂਸਿਵ ਕੇਅਰ ਯੂਨਿਟ ਨੇ ਉਹ ਵੀ ਤਕਰੀਬਨ ਫੁੱਲ ਹੋ ਚੁੱਕੇ ਨੇ। ਤਾਂ ਜਿਹੜੀ ਸਥਿਤੀ ਹੈ ਉਹ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਤੇ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਤੇ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ ਸਾਹਿਬ, ਉਹਨਾਂ ਨੇ ਕੱਲ੍ਹ ਜਿਹੜੀਆਂ ਨਵੀਆਂ ਰਿਸਟ੍ਰਿਕਸ਼ਨਸ ਨੇ, ਨਵੀਆਂ ਪਾਬੰਦੀਆਂ ਨੇ ਉਹ ਆਇਦ ਕੀਤੀਆਂ ਨੇ। ਸੋ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਹਨਾਂ ਪਾਬੰਦੀਆਂ ਅਨੁਸਾਰ ਸਟੇ ਐਟ ਹੋਮ ਹੈ, ਜਿਹੜਾ ਸਟੇ ਐਟ ਹੋਮ ਦਾ ਆਰਡਰ ਉਹਨੂੰ 2 ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਤੇ ਹੁਣ ਇਹ 6 ਹਫ਼ਤੇ ਰਹੇਗਾ। ਸੋ ਇਸੇ ਤਰ੍ਹਾਂ ਜਿਹੜੀਆਂ ਗੈਰ ਜ਼ਰੂਰੀ ਕੰਸਟਰਕਸ਼ਨਸ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ। ਤੇ ਜ਼ਰੂਰੀ ਥਾਵਾਂ ਨੇ ਜਿਹੜੀਆਂ ਉੱਥੇ ਹੀ ਕੰਸਟਰਕਸ਼ਨ ਚੱਲ ਸਕਣਗੀਆਂ। ਕਿਸੇ ਹੋਰ ਦੇ ਘਰ ਜਾਣਾ ਮਨ੍ਹਾ ਹੈ ਕਿ ਤੁਸੀਂ ਜਿਹੜਾ ਤੁਹਾਡਾ ਐਡਰੈਸ ਹੈ ਤੁਸੀਂ ਉੱਥੇ ਹੀ ਰਹਿ ਸਕਦੇ ਹੋ ਤੇ ਜੇ ਕਿਤੇ ਪੁਲਿਸ ਤੁਹਾਨੂੰ ਕਿਸੇ ਹੋਰ ਜਗ੍ਹਾ ਦੇ ਉੱਪਰ ਰੋਕ ਲੈਂਦੀ ਹੈ ਤੇ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ ਤੇ ਸਜ਼ਾ ਵੀ ਹੋ ਸਕਦੀ ਹੈ। ਸੋ ਖੇਡ ਦੇ ਮੈਦਾਨ ਅਤੇ ਖੇਡ ਸਰਗਰਮੀਆਂ ਬੰਦ ਕਰ ਦਿੱਤੀਆਂ ਗਈਆਂ ਨੇ। ਸੋ ਜਿੰਨੇ ਗੋਲਫ ਕੋਰਸ ਹਨ, ਸੌਕਰ ਦੇ ਮੈਦਾਨ ਹਨ ਤੇ ਉਹ ਸਾਰੇ ਹਾਲ ਦੀ ਘੜੀ ਬੰਦ ਕਰ ਦਿੱਤੇ ਨੇ। ਤੋ ਸ਼ਾਦੀ ਜਾਂ ਸੰਸਕਾਰ, ਸੋ ਸਾਡੇ ਜਿਹੜੇ ਮਰਨ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਿੱਥੇ ਆਪਾਂ ਫਿਊਨਰਲ ਹੁੰਦਾ ਜਾਂ ਵਿਆਹ ਸ਼ਾਦੀ ਹੁੰਦੇ ਨੇ ਤਾਂ ਉਹਦੇ ਵਿੱਚ ਸਿਰਫ 10 ਤੋਂ ਵੱਧ ਬੰਦੇ ਨੇ ਜਿਹੜੇ ਉਹ ਇਕੱਠੇ ਨਹੀਂ ਹੋ ਸਕਦੇ। ਧਾਰਮਿਕ ਸਥਾਨਾਂ ਤੇ ਵੀ ਸਿਰਫ 10 ਵਿਅਕਤੀ ਨੇ ਜਿਹੜੇ ਉਹ ਜਾ ਸਕਦੇ ਨੇ ਤੇ ਘਰੋਂ ਬਾਹਰ ਕਿਸੇ ਵੀ ਇਕੱਠ ਤੇ ਪਾਬੰਦੀ ਹੈ। ਜਿਵੇਂ ਬੈਕਯਾਰਡ ਪਾਰਟੀਆਂ ਹਨ, ਭਾਵੇਂ ਤੁਸੀਂ ਡਰਾਈਵਵੇ ਦੇ ਵਿੱਚ ਲੋਕ ਇਕੱਠੇ ਹੋ ਕੇ ਖੜ ਜਾਂਦੇ ਨੇ, ਭਾਵੇਂ ਕਿਤੇ ਵੀ ਤੁਸੀਂ ਜਿਹੜੇ ਹੈਗੇ ਉਹ ਪਹਿਲਾਂ ਕੁਛ ਗਿਣਤੀ ਸੀ ਲੇਕਿਨ ਹੁਣ ਤੁਸੀਂ ਬਿਲਕੁਲ ਨਹੀਂ ਬਾਹਰ ਪਾਰਟੀਆਂ ਵਗੈਰਾ ਕਰ ਸਕਦੇ। ਤੇ ਜਿਹੜੀਆਂ ਸਵਾਈ ਸਰਹੱਦਾਂ ਨੇ ਉਹਨਾਂ ਤੇ ਹੋਰ ਸਖਤੀ ਹੋਵੇਗੀ। ਤੁਸੀਂ ਅੰਟਾਰੀਓ ਵਿੱਚ ਦਾਖਲ ਹੁੰਦੇ ਹੋ ਤਾਂ ਬਗੈਰ ਕਿਸੇ ਜ਼ਰੂਰੀ ਕੰਮ ਤੇ ਬਹੁਤ ਹੀ ਕੋਈ ਗੰਭੀਰ ਸਮੱਸਿਆ ਹੈ ਤਾਂ ਹੀ ਤੁਸੀਂ ਆ ਸਕਦੇ ਹੋ, ਲੇਕਿਨ ਤੁਹਾਨੂੰ ਰੋਕ ਕੇ ਪੂਰੀ ਪੁੱਛਗਿੱਛ ਕੀਤੀ ਜਾਏਗੀ ਤੇ ਕਨਫਰਮ ਕੀਤਾ ਜਾਵੇਗਾ ਕਿ ਵਾਕਈ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਤੁਸੀਂ ਅੰਟਾਰੀਓ ਸੂਬੇ ਦੇ ਵਿੱਚ ਦਾਖਲ ਹੋ ਸਕਦੇ ਹੋ। ਤੇ ਇਸੇ ਪ੍ਰਕਾਰ ਜਿਹੜਾ ਹੈਗਾ ਕੁਬੈਕ ਅਤੇ ਮੈਨੀਟੋਬਾ ਸੂਬਿਆਂ ਤੋਂ ਜਿਹੜੇ ਉੱਥੋਂ ਦੇ ਨਾਗਰਿਕ ਨੇ, ਉੱਥੋਂ ਦੇ ਵਸਿੰਦੇ ਨੇ, ਉਹ ਅੰਟਾਰੀਓ ਵਿੱਚ ਨਹੀਂ ਆ ਸਕਦੇ। ਸੋ ਦੋਸਤੋ, ਤੁਸੀਂ ਸਰਕਾਰ ਦਾ ਸਹਿਯੋਗ ਦਿਓ, ਘਰੋਂ ਬਾਹਰ ਨਿਕਲਦੇ ਹੋ ਤੁਸੀਂ ਸੈਰ ਲਈ ਸਿਰਫ ਜਾ ਸਕਦੇ ਹੋ ਇਕੱਲੇ ਤੇ ਮਾਸਕ ਤੁਹਾਡੇ ਪੂਰੀ ਤਰ੍ਹਾਂ ਪਹਿਨਿਆ ਹੋਣਾ ਚਾਹੀਦਾ। ਤੁਸੀਂ ਆਪਣੇ ਇਲਾਕੇ ਤੋਂ ਬਾਹਰ ਨਹੀਂ ਜਾ ਸਕਦੇ ਤੇ ਕਿਸੇ ਦੇ ਘਰ ਨਹੀਂ ਜਾ ਸਕਦੇ। ਸੋ ਕੋਵਿਡ ਦੀ ਜਿਹੜਾ ਪ੍ਰਕੋਪ ਹੈ ਉਸਨੂੰ ਘਟਾਉਣ ਦੇ ਲਈ ਤੇ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਪਵੇਗਾ, ਸਰਕਾਰ ਦਾ ਸਹਿਯੋਗ ਦੇਣਾ ਪਵੇਗਾ। ਸੋ ਉਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਹੋਰ ਜਿਹੜੀ ਖਬਰ ਹੈ ਇੱਥੋਂ ਦੀ ਸਾਂਝੀ ਕਰ ਲੈਂਦਾ ਹਾਂ, ਕਿਉਂਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਲੇਟੈਸਟ ਖਬਰਾਂ ਦੱਸਦੇ ਹਾਂ, ਸਰਗਰਮੀਆਂ ਦੱਸਦੇ ਹਾਂ, ਸਾਹਿਤਕ ਜਾਣਕਾਰੀ ਦਿੰਦੇ ਹਾਂ ਜਾਂ ਸਪੇਸ ਬਾਰੇ ਜਾਣਕਾਰੀ ਦਿੰਦੇ ਹਾਂ, ਤਾਂ ਉੱਥੇ ਜਿਹੜੀਆਂ ਨਵੀਆਂ ਗੱਲਾਂ ਨੇ ਉਹਨਾਂ ਦੀ ਸਾਂਝ ਵੀ ਅਸੀਂ ਤੁਹਾਡੇ ਨਾਲ ਪਾਉਂਦੇ ਹਾਂ। ਸੋ ਇਮੀਗ੍ਰੇਸ਼ਨ ਦੇ ਵਿੱਚ ਕੁਝ ਤਬਦੀਲੀਆਂ ਆਈਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ। ਇਹ ਗੱਲ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਉੱਪਰ ਕਈ ਕਿਸਮ ਦੀਆਂ ਜਿਹੜੀਆਂ ਅਫਵਾਹਾਂ ਨੇ ਉਹ ਆ ਰਹੀਆਂ ਨੇ। ਟਿਕਟੋਕ ਵੀਡੀਓਜ਼ ਬਣਾ ਕੇ ਲੋਕ ਪਾ ਰਹੇ ਨੇ, ਜਿਹਦੇ ਵਿੱਚ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਸਟੂਡੈਂਟ ਗਏ ਸੀ ਸਾਰਿਆਂ ਨੂੰ PR ਮਿਲ ਗਈ। ਸੋ ਇਸ ਤਰ੍ਹਾਂ ਦੀ ਦੋਸਤੋ ਕੋਈ ਗੱਲ ਨਹੀਂ। ਸਰਕਾਰ ਨੇ ਕੁਝ ਤਬਦੀਲੀਆਂ ਕੀਤੀਆਂ ਨੇ। ਐਲਾਨ ਕੀਤਾ ਕਿ 2017 ਤੋਂ ਪਹਿਲਾਂ ਜਿਹੜੇ ਵਿਦਿਆਰਥੀ ਆਏ ਸੀ ਤਾਂ ਉਹ ਆਪਣੀ PR ਲਈ ਅਪਲਾਈ ਕਰ ਸਕਦੇ ਨੇ। ਸੋ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਇੱਕ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲੈਟਰ ਇਹਦੀ ਜ਼ਰੂਰਤ ਹੁੰਦੀ ਸੀ ਤਾਂ ਜੋ ਕਿਸੇ ਬਿਜ਼ਨਸ ਅਦਾਰੇ ਵੱਲੋਂ ਤੁਹਾਨੂੰ ਦੇਣਾ ਪੈਂਦਾ ਸੀ। ਤਾਂ ਇਹਦੇ ਵਿੱਚ ਬਹੁਤ ਜਿਹੜਾ ਹੈਗਾ ਉਹ ਰਿਸ਼ਵਤ ਇਨਵੋਲਵ ਸੀਗੀ ਤੇ ਪੈਸਾ ਲੈ ਕੇ ਤੁਹਾਨੂੰ ਉਹ ਲੋਕ ਲੈਟਰ ਦਿੰਦੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਸੋ ਇਸ ਸਕੈਮ ਨੂੰ, ਇਸ ਰਿਸ਼ਵਤਖੋਰੀ ਨੂੰ ਘਟਾਉਣ ਦੇ ਲਈ ਸੋ ਸਰਕਾਰ ਨੇ ਜਿਹੜਾ ਨਵੀਂ ਤਬਦੀਲੀ ਲਿਆਂਦੀ ਹੈ। ਸੋ ਕੋਈ ਵੀ ਵਿਦਿਆਰਥੀ ਜਿਹੜਾ ਪਿਛਲੇ 2017 ਤੋਂ ਪਹਿਲਾਂ ਇੱਥੇ ਰਹਿ ਰਿਹਾ
ਤੇ ਜਿਹਦਾ ਕੋਈ ਵੀ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਤੇ ਜਿਸ ਨੇ ਕੋਵਿਡ ਦੇ ਦਿਨਾਂ ਦੇ ਵਿੱਚ ਵਲੰਟੀਅਰ ਤੌਰ ਤੇ ਹਸਪਤਾਲਾਂ ਦੇ ਵਿੱਚ ਜਾਂ ਵੈਕਸੀਨੇਸ਼ਨ ਸੈਂਟਰਾਂ ਦੇ ਵਿੱਚ ਕੰਮ ਕੀਤਾ ਹੈ ਤਾਂ ਉਹਨਾਂ ਨੂੰ ਜਿਹੜੀ ਹੈ ਤਰਜੀਹ ਦਿੱਤੀ ਜਾਊਗੀ। ਤੇ ਅਫਵਾਹਾਂ ਤੋਂ ਬਚੋ ਮੈਂ ਇਸ ਕਰਕੇ ਕਹਿੰਦਾ ਹਾਂ ਕਿ ਇੱਕ ਪਾਸੇ ਆ ਜਿਹੜਾ ਉਹ ਸਕੈਮ ਜਾਂ ਰਿਸ਼ਵਤ ਆ ਜਿਹੜੀ ਉਹ ਘਟਦੀ ਹੈ ਤਾਂ ਦੂਜੇ ਪਾਸੇ ਸ਼ੁਰੂ ਹੋ ਜਾਂਦੀ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਜਿਹੜੇ ਨੌਸਰਬਾਜ਼ ਲੋਕ ਨੇ, ਜਿਹੜੇ ਧੋਖਾਧੜੀ ਕਰਨ ਵਾਲੇ ਲੋਕ ਨੇ, ਉਹ ਇਹ ਅਫਵਾਹਾਂ ਫੈਲਾ ਕੇ ਕਿ ਜੀ ਸਾਰੇ ਪੱਕੇ ਹੋ ਗਏ ਤੇ ਉੱਥੇ ਮੁੰਡੇ ਕੁੜੀਆਂ ਦੇ ਸੌਦੇ ਨੇ ਜਿਹੜੇ ਉਹ ਸ਼ੁਰੂ ਕਰ ਦੇਣ ਕਿ ਲਓ ਜੀ ਸਾਡੀ ਤਾਂ ਕੁੜੀ ਪੱਕੀ ਹੋ ਗਈ ਤੇ ਤੁਹਾਡਾ ਮੁੰਡਾ ਬਾਹਰ ਕੱਢ ਦਾਂਗੇ, ਹੁਣ ਸਾਨੂੰ ਤੁਸੀਂ ਇੰਨੇ ਲੱਖ ਰੁਪਈਆ ਦਿਓ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਤੋਂ ਜੇ ਤੁਸੀਂ ਪ੍ਰੋਗਰਾਮ ਕਿਤੇ ਵੀ ਦੇਖਦੇ ਹੋ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਸੁਚੇਤ ਕਰੋ। ਇਹ ਜਦੋਂ ਅਪਲਾਈ ਕਰਨਗੇ ਤਾਂ ਫਿਰ ਆ ਜਿਹੜਾ ਉਹ ਸਟੇਟਸ ਚੇਂਜ ਹੋਵੇਗਾ, ਉਹਨੂੰ ਕਿੰਨਾ ਸਮਾਂ ਲੱਗੇਗਾ ਉਹ ਅਜੇ ਕੋਈ ਪਤਾ ਨਹੀਂ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿਉਂਕਿ ਜਿਹੜਾ ਇਹ ਸਿਰਫ ਅਪਲਾਈ ਕਰਨ ਲਈ ਕਿਹਾ ਗਿਆ ਹੈ ਤੇ ਕੰਡੀਸ਼ਨ ਦੇ ਆਧਾਰ ਤੇ ਹੀ ਇਹ ਗੱਲਾਂ ਹੋਣੀਆਂ ਨੇ। ਸੋ ਦੋਸਤੋ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਅਸੀਂ ਸਭ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੇ ਦਿਨਾਂ ਦੀ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ ਕਿ ਰਮਜ਼ਾਨ ਦੇ ਦਿਨ ਵਿਸਾਖੀ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਗਏ ਸਨ। ਸੋ ਪਿਛਲੇ ਹਫ਼ਤੇ ਆਪਾਂ ਵਿਸਾਖੀ ਦਾ ਪ੍ਰੋਗਰਾਮ ਕੀਤਾ ਸੀ। ਸੋ ਹੁਣ ਜਿਹੜਾ ਹੈਗਾ ਉਹ ਮੁਸਲਿਮ ਭਾਈਚਾਰਾ ਜਿਹੜਾ ਉਹਦਾ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ। ਮੁਸਲਿਮ ਜਿਹੜੇ ਵੀਰ ਭੈਣ ਨੇ ਉਹ ਰੋਜ਼ੇ ਰੱਖ ਰਹੇ ਨੇ। ਤੁਹਾਡੇ ਕੰਮਾਂ ਤੇ ਵੀ ਹੋਣਗੇ ਤਾਂ ਸਵੇਰ ਤੋਂ ਕਈ ਵਾਰ ਉਹ ਸਾਰਾ ਦਿਨ ਕੁਝ ਨਹੀਂ ਖਾਂਦੇ। ਤਾਂ ਸਾਨੂੰ ਜਿੱਥੇ ਉਹਨਾਂ ਦੂਸਰੇ ਧਰਮਾਂ ਨੂੰ ਜਾਂ ਉਹਨਾਂ ਦੇ ਧਰਮ ਨੂੰ ਸਮਝਣ ਦੀ ਜ਼ਰੂਰਤ ਹੈ ਤਾਂ ਉੱਥੇ ਅਸੀਂ ਜੇ ਕਿਤੇ ਉਹਨਾਂ ਦੀ ਇਸ ਗੱਲ 'ਚ ਕਿਸੇ 'ਚ ਮਦਦ ਕਰ ਸਕੀਏ ਤਾਂ ਉਹ ਵੀ ਬੜੀ ਚੰਗੀ ਗੱਲ ਹੈ ਕਿਉਂਕਿ ਇਸ ਵਕਤ ਜਿਹੜਾ ਉਹ ਹੈਗਾ ਉਹ ਨਮਾਜ਼ ਦੇ ਨਾਲ ਜੁੜੇ ਹੁੰਦੇ ਨੇ ਤੇ ਕੰਮਾਂ ਦੇ ਉੱਪਰ ਕਈ ਵਾਰ ਜਿਹੜੀ ਵਰਸ਼ਿਪ ਪਲੇਸ ਆ ਉਹ ਬਣੀ ਹੁੰਦੀ ਹੈ ਤਾਂ ਉਹ ਨਮਾਜ਼ ਅਦਾ ਕਰ ਸਕਦੇ ਨੇ। ਤੇ ਸਾਨੂੰ ਪਤਾ ਹੀ ਹੈ ਕਿ ਉਹ 5 ਵਕਤ ਜਿਹੜੀ ਹੈਗੀ ਆ ਨਮਾਜ਼ ਅਦਾ ਕਰਦੇ ਨੇ। ਸੋ ਜਿਨ੍ਹਾਂ ਦੇ ਵਿੱਚ ਫਜਰ ਦੀ ਨਮਾਜ਼, ਜ਼ੋਹਰ ਦੀ ਨਮਾਜ਼, ਤੋ ਇਸੇ ਪ੍ਰਕਾਰ ਜਿਹੜਾ ਹੈਗਾ ਅਸਰ ਦੀ ਨਮਾਜ਼, ਮਗਰਬ ਦੀ ਅਤੇ ਈਸ਼ਾ ਦੀ ਨਮਾਜ਼, 5 ਨਮਾਜ਼ਾਂ ਹੁੰਦੀਆਂ ਨੇ ਤੇ ਜਿਨ੍ਹਾਂ ਨੂੰ ਉਹ ਕਰਦੇ ਨੇ। ਤਾਂ ਸ਼ਾਮ ਨੂੰ ਉਹ ਆਪਣਾ ਰੋਜ਼ਾ ਖੋਲ੍ਹਦੇ ਨੇ ਸੂਰਜ ਛੁਪਣ ਤੋਂ ਬਾਅਦ। ਸੂਰਜ ਛੁਪਣ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ। ਤਾਂ ਅਸੀਂ ਸਾਰੇ ਜਿਹੜੇ ਮੁਸਲਿਮ ਭੈਣ ਭਰਾ ਨੇ ਉਹਨਾਂ ਨੂੰ ਇਸ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਮੁਬਾਰਕਬਾਦ ਦਿੰਦੇ ਹਾਂ ਅਤੇ ਇਹ ਜਿਹੜਾ ਹੈਗਾ 12 ਜਾਂ 13 ਮਈ ਤੱਕ ਚੱਲੇਗਾ। 12 ਜਾਂ 13 ਮਈ ਨੂੰ ਈਦ ਹੋਵੇਗੀ। ਸੋ ਇਹ ਇਸ ਕਰਕੇ 2 ਤਰੀਕ ਕਰੇ ਕਿਉਂਕਿ ਇਹ ਸਾਰਾ ਜਿਹੜਾ ਹੈਗਾ ਚੰਦਰਮਾ ਦੇ ਚੜ੍ਹਨ ਤੇ ਨਿਰਭਰ ਕਰਦਾ ਕਿਉਂਕਿ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਰ ਜਗ੍ਹਾ ਇੱਕ ਸਮਾਂ ਨਹੀਂ ਹੁੰਦਾ ਤੇ ਕਿਤੇ 12 ਘੰਟੇ ਪਹਿਲਾਂ ਚੰਦਰਮਾ ਚੜ੍ਹਦਾ ਤੇ ਕਿਤੇ 12 ਘੰਟੇ ਬਾਅਦ ਦੇ ਵਿੱਚ ਚੜ੍ਹਦਾ। ਸੋ ਇਸੇ ਪ੍ਰਕਾਰ ਦੋਸਤੋ ਹਿੰਦੂ ਭਾਈਚਾਰਾ ਜਿਹੜਾ ਉਹ ਕੁੰਭ ਦਾ ਮੇਲਾ ਮਨਾ ਰਿਹਾ ਹੈ। ਸੋ ਜਿਵੇਂ ਕਈ ਵਾਰ ਆਪਾਂ ਗੱਲ ਕਰਦੇ ਕਹਿੰਦੇ ਆ ਕਿ ਇਹ ਕਿਹੜਾ ਕੁੰਭ ਦਾ ਮੇਲਾ ਜੋ 12 ਸਾਲ ਬਾਅਦ ਆਵੇਗਾ। ਸੋ 12 ਸਾਲ ਬਾਅਦ ਕੁੰਭ ਦਾ ਮੇਲਾ ਆਉਂਦਾ ਹੈ। ਸੋ ਹਰਿਦੁਆਰ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਜੁੜੇ ਹੋਏ ਨੇ, ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਨੇ। ਸੋ ਇੱਥੇ ਅਸੀਂ ਜਿੱਥੇ ਹਿੰਦੂ ਭਾਈਚਾਰੇ ਨੂੰ ਇਹਨਾਂ ਦਿਨਾਂ ਤਿਉਹਾਰਾਂ ਦੀ ਮੁਬਾਰਕਬਾਦ ਦਿੰਦੇ ਹਾਂ, ਕੁੰਭ ਦੇ ਮੇਲੇ ਦੀ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ। ਜਿਵੇਂ ਕਿ ਹਰਿਦੁਆਰ ਤੋਂ ਖਬਰਾਂ ਆਈਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਨੇ ਤੇ ਭਾਰਤ ਪਹਿਲਾਂ ਹੀ ਕੋਵਿਡ ਦਾ ਸ਼ਿਕਾਰ ਹੈ ਬਹੁਤ ਵੱਡੀ ਪੱਧਰ ਤੇ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਪੋਜ਼ਿਟਿਵ ਆ ਰਹੇ ਨੇ। ਸੇ ਇਹ ਵੀ ਪਤਾ ਲੱਗਿਆ ਹੈ ਕਿ ਹਰਿਦੁਆਰ ਦੇ ਵਿੱਚ ਐਡੇ ਭਾਰੀ ਇਕੱਠ ਦੇ ਵਿੱਚ ਜਿਹੜਾ ਕਰੋਨਾ ਮਹਾਮਾਰੀ ਹੈ ਉਹ ਫੈਲ ਰਹੀ ਹੈ ਔਰ ਵੱਧ ਫੈਲਣ ਦਾ ਖਦਸ਼ਾ ਹੈ। ਸੋ ਭਾਵੇਂ ਮੁਸਲਿਮ ਭਾਈਚਾਰਾ ਹੈ, ਭਾਵੇਂ ਸਿੱਖ ਭਾਈਚਾਰਾ, ਭਾਵੇਂ ਹਿੰਦੂ ਭਾਈਚਾਰਾ ਹੈ। ਸੋ ਅਸੀਂ ਮੰਨਦੇ ਹਾਂ ਕਿ ਸਾਰਿਆਂ ਦੀ ਸਾਡੀ ਆਸਥਾ ਹੈਗੀ ਆ ਤੇ ਸਾਰੇ ਅਸੀਂ ਇਹਨਾਂ ਦਿਨਾਂ ਤਿਉਹਾਰਾਂ ਨੂੰ ਮਨਾਉਣਾ ਚਾਹੁੰਦੇ ਹਾਂ। ਲੇਕਿਨ ਹਾਲਾਤ ਇਹੋ ਜਿਹੇ ਹਨ ਕਿ ਇਹ ਵੱਡੇ ਇਕੱਠਾਂ ਤੋਂ ਵੱਧ ਤੋਂ ਵੱਧ ਬਚਿਆ ਜਾਵੇ। ਸੋਸ਼ਲ ਡਿਸਟੈਂਸ, ਫਿਜ਼ੀਕਲ ਡਿਸਟੈਂਸ, ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਹਰ ਜਗ੍ਹਾ ਜਿਹੜੇ ਉਹ ਮਾਸਕ ਪਹਿਨੇ ਜਾਣ ਤੇ ਜਿਹੜਾ ਪ੍ਰੀਕਾਸ਼ਨਸ ਨੇ ਉਹ ਲੈ ਜਾਣ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਘੱਟ ਕਰ ਸਕੀਏ। ਸੋ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਸ਼ੋਕ ਸੰਦੇਸ਼ ਵੀ ਸਾਂਝਾ ਕਰ ਰਿਹਾ ਹਾਂ। ਸਾਡੇ ਬਰਤਾਨਵੀ ਜਿਹੜਾ ਸਾਹਿਤ ਹੈ ਉਹਦਾ ਪੰਜਾਬੀ ਸਾਹਿਤ ਦੇ ਵਿੱਚ ਬੜਾ ਯੋਗਦਾਨ ਰਿਹਾ ਹੈ। ਪੰਜਾਬੀ ਦੇ ਵਿੱਚ ਬੜੀਆਂ ਕਿਤਾਬਾਂ, ਬੜੇ ਨਾਵਲ, ਬੜੀਆਂ ਕਵਿਤਾ ਜਿਹੜੀ ਹੈਗਾ ਉਹ ਬਰਤਾਨੀਆ ਵਿੱਚ ਲਿਖੀ ਗਈ ਹੈ ਤੇ ਇਹਦੇ ਵਿੱਚ ਸਾਡੇ ਨਾਮਵਰ ਲੇਖਕ ਦਰਸ਼ਨ ਸਿੰਘ ਧੀਰ ਜੀ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਨੇ। ਸੋ ਉਹਨਾਂ ਨੂੰ ਮੈਨੂੰ ਵੀ ਕਈ ਵਾਰ ਮਿਲਣ ਦਾ ਮੌਕਾ ਮਿਲਿਆ। ਅਸੀਂ ਅਕਸਰ ਪਟਿਆਲਾ ਯੂਨੀਵਰਸਿਟੀ ਵਿੱਚ ਹੋ ਰਹੀਆਂ ਕਾਨਫਰੰਸਾਂ 'ਤੇ ਮਿਲਦੇ ਰਹੇ ਹਾਂ। ਤੋ 2 ਸਾਲ ਪਹਿਲਾਂ ਉਹ ਇੱਥੇ ਕੈਨੇਡਾ ਦੇ ਵਿੱਚ ਆਏ ਸਨ। ਤੋ ਉਸ ਵਕਤ ਵੀ ਮੈਨੂੰ ਉਹਨਾਂ ਦੇ ਨਾਲ ਘੁੰਮਣ ਫਿਰਨ ਦਾ ਅਤੇ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਸੋ ਉਹਨਾਂ ਦਾ ਜਿਹੜਾ ਜਨਮ ਹੈ 10 ਫਰਵਰੀ 1935 ਨੂੰ ਹੋਇਆ ਸੀ। ਤੋ ਉਹ ਸਾਡੇ ਤੋਂ 9 ਅਪ੍ਰੈਲ 2021 ਨੂੰ ਵਿਛੋੜਾ ਲੈ ਗਏ ਨੇ।
ਸੋ ਉਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਨੇ। ਕਹਾਣੀਆਂ ਦੇ ਵਿੱਚ ਲੂਣੀ ਮਹਿਕ, ਮਰਦਾ ਸੱਚ, ਦੇ ਸੱਦੇ ਤੋਂ ਪਾਰ, ਡਰਿਆ ਮਨੁੱਖ, ਸ਼ੀਸ਼ੇ ਦੇ ਟੁਕੜੇ, ਕੁਰਸੀਆਂ। ਸੋ ਇਸੇ ਤਰ੍ਹਾਂ ਦੇ ਨਾਵਲ ਨੇ। ਆਪਣੇ ਆਪਣੇ ਰਾਹ, ਸੰਘਰਸ਼, ਧੁੰਦਲਾ ਸੂਰਜ, ਲਕੀਰਾਂ ਤੇ ਮਨੁੱਖ, ਘਰ ਤੇ ਕਮਰੇ, ਅਜਨਬੀ ਚਿਹਰੇ, ਰਣਭੂਮੀ, ਹਾਸ਼ੀਏ, ਵਹਿਣ, ਸਲਤਨਤ, ਜੜ੍ਹਾਂ, ਪੈੜਾਂ ਦੇ ਆਰ ਪਾਰ ਅਤੇ ਇਹ ਲੋਕ। ਸੋ ਦੋਸਤੋ, ਇਹ ਉਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਨੇ। ਇਸ ਤੋਂ ਇਲਾਵਾ ਤੁਸੀਂ ਅਖਬਾਰਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਛਪਦੇ ਰਹੇ ਨੇ, ਉਹ ਵੀ ਪੜ੍ਹਦੇ ਰਹੇ ਹੋਵੋਗੇ। ਸੋ ਨਵਾਂ ਜ਼ਮਾਨਾ ਦੇ ਵਿੱਚ ਉਹਨਾਂ ਦੇ ਕਾਫੀ ਆਰਟੀਕਲ ਛਪਦੇ ਸੀ। ਸੋ ਇਸ ਤਰ੍ਹਾਂ ਉਹਨਾਂ ਨੇ ਯਾਤਰਾ, ਬਿਰਤਾਂਤ ਅਤੇ ਹੋਰ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਗਏ, ਮੁਲਾਕਾਤਾਂ, ਉਹ ਬੜਾ ਕੁਛ ਉਹਨਾਂ ਨੇ ਲਿਖਿਆ। ਸੋ ਅਸੀਂ ਦਰਸ਼ਨ ਧੀਰ ਜੀ ਦੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਸੋ ਇਸੇ ਪ੍ਰਕਾਰ ਦੋਸਤੋ, ਸਾਡੇ ਪੰਜਾਬੀ ਫਿਲਮਾਂ ਦੇ ਨਾਮਵਰ ਅਦਾਕਾਰ ਸਤੀਸ਼ ਕੌਲ ਜੀ, ਉਹ ਵੀ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਤਕਰੀਬਨ 300 ਫਿਲਮਾਂ ਦੇ ਕੰਮ ਕੀਤਾ। ਪਰ ਦੁਖਾਂਤ ਇਸ ਗੱਲ ਦਾ ਹੈ ਕਿ ਅਸੀਂ ਜੀਂਦੇ ਜੀ ਬੰਦੇ ਦੀ ਕਦਰ ਨਹੀਂ ਪਾਉਂਦੇ। ਸਾਨੂੰ ਪਿਛਲੇ 10 ਸਾਲਾਂ ਤੋਂ ਪਤਾ ਹੈ ਕਿ ਉਹ ਬੇਸਹਾਰਾ ਹਸਪਤਾਲਾਂ ਦੇ ਵਿੱਚ ਰੁਲ ਰਹੇ ਨੇ। ਉਹਨਾਂ ਕੋਲ ਇਕਨੋਮਿਕਲੀ ਜਿਹੜਾ ਹੈ, ਉਹਨਾਂ ਨੂੰ ਲੋੜ ਹੈ, ਪੈਸੇ ਧੇਲੇ ਦੀ ਲੋੜ ਹੈ, ਉਹਨਾਂ ਦਾ ਖਰਚਾ ਚਲਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਹਨ, ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ। ਲੇਕਿਨ ਕਿਸੇ ਨੇ ਨਹੀਂ ਪੁੱਛਿਆ, ਨਾ ਸਰਕਾਰਾਂ ਨੇ, ਨਾ ਕਲਾਕਾਰਾਂ ਨੇ। ਤੇ ਹੁਣ ਜਦੋਂ ਚਲੇ ਗਏ ਨੇ, ਹੁਣ ਵੱਡੇ ਵੱਡੇ ਬਿਆਨ ਵੀ ਆ ਰਹੇ ਨੇ, ਵੱਡੀਆਂ ਵੱਡੀਆਂ ਖਬਰਾਂ ਵੀ ਆ ਰਹੀਆਂ ਨੇ। ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੇਖਕਾਂ ਨਾਲ ਹੁੰਦਾ ਹੈ, ਜਦੋਂ ਲੇਖਕ ਸਾਨੂੰ ਕੋਈ ਛੱਡ ਕੇ ਚਲੇ ਜਾਂਦਾ ਹੈ ਤਾਂ ਅਸੀਂ ਉਸ ਨੂੰ ਯਾਦ ਕਰਨਾ, ਸ਼ੋਕ ਸੰਦੇਸ਼ ਪਾਉਣੇ, ਸੋ ਇਹ ਸਾਰਾ ਕੁਛ ਕਰਦੇ ਹਾਂ। ਲੇਕਿਨ ਜਦੋਂ ਬੰਦਾ ਜਿਉਂਦਾ ਹੈ ਤੇ ਅਸੀਂ ਉਸ ਨੂੰ ਨਹੀਂ ਪੁੱਛਦੇ, ਉਸ ਦੀ ਕਦਰ ਨਹੀਂ ਕਰਦੇ। ਸੋ ਇੱਕ ਮੇਰਾ ਸ਼ੇਰ ਹੈ, ਮੇਰਾ ਆਪਣਾ ਹੀ ਹੈ ਲਿਖਿਆ ਹੋਇਆ, ਤਾਂ ਮੈਂ ਕਦੀ ਲਿਖਿਆ ਸੀ, ਉਹ ਹੈ ਕਿ ਤਿਲ ਤਿਲ ਕਰਕੇ ਮਰਿਆ ਸੀ ਜਦ, ਪੁੱਛਿਆ ਨਹੀਂ ਸੀ ਲੋਕਾਂ। ਤਿਲ ਤਿਲ ਕਰਕੇ ਮਰਿਆ ਸੀ ਜਦ, ਪੁੱਛਿਆ ਨਹੀਂ ਸੀ ਲੋਕਾਂ। ਉਸ ਲੇਖਕ ਨੂੰ ਯਾਦ ਕਰਿੰਦੇ ਲੋਕੀ ਮਰਨੋਂ ਬਾਅਦ। ਸੋ ਅਸੀਂ ਮਰਨ ਤੋਂ ਬਾਅਦ ਲੋਕਾਂ ਦੀ ਕਦਰ ਪਾਉਂਦੇ ਹਾਂ। ਸੋ ਸਾਨੂੰ ਇਹ ਜਿਹੜਾ ਟਰੈਂਡ ਆ ਉਹ ਬਦਲਣਾ ਪਵੇਗਾ। ਜਿੱਥੇ ਆਪਣੇ ਲੇਖਕਾਂ ਦੀਆਂ ਯਾਦਾਂ ਸੰਭਾਲਣੀਆਂ ਪੈਣਗੀਆਂ, ਮਿਊਜ਼ੀਅਮ ਬਣਾਉਣੇ ਪੈਣਗੇ, ਉੱਥੇ ਸਾਨੂੰ ਜੀਂਦੇ ਜੀ ਉਹਨਾਂ ਦੀ ਕਦਰ ਕਰਨੀ ਵੀ ਸਿੱਖਣੀ ਪਵੇਗੀ। ਸੋ ਤਾਂ ਹੀ ਦੋਸਤੋ ਜਿਹੜਾ ਹੈਗਾ ਉਹ ਅਸੀਂ ਇਹਨਾਂ ਲੋਕਾਂ ਦੀ ਕਦਰ ਕਰ ਸਕਦੇ ਹਾਂ। ਸੋ ਇਸੇ ਪ੍ਰਕਾਰ ਇਹਦੇ ਨਾਲ ਹੀ ਆਪਾਂ ਗੱਲ ਜੋੜ ਲੈਂਦੇ ਹਾਂ ਕਿ 14 ਅਪ੍ਰੈਲ ਨੂੰ ਸਾਡੇ ਇਨਕਲਾਬੀ ਕਵੀ ਲਾਲ ਸਿੰਘ ਦਿਲ ਦਾ ਜਨਮ ਦਿਨ ਸੀ। ਸੋ ਉਹਨਾਂ ਦਾ ਵੀ ਇਹੀ ਸੀਗਾ ਕਿ ਜਿੰਨਾ ਚਿਰ ਉਹ ਜਿਉਂਦੇ ਰਹੇ ਵਿਚਾਰੇ, ਉੱਥੇ ਚਾਹ ਦੀ ਦੁਕਾਨ ਵੀ ਕਰਦੇ ਰਹੇ। ਕਿਉਂਕਿ ਮੇਰੀ ਉਹਨਾਂ ਨਾਲ ਕਾਫੀ ਨੇੜਤਾ ਰਹੀ ਹੈ। ਉਹਨਾਂ ਨਾਲ ਗੁਲਜ਼ਾਰ ਮੁਹੰਮਦ ਗੋਰੀਆ ਜੀ ਨਾਲ ਅਕਸਰ ਮਿਲਣ ਬੈਠਣ ਹੁੰਦਾ ਸੀ, ਘਰੇ ਵੀ ਬੈਠਦੇ ਸੀ, ਬਾਹਰ ਸਾਹਿਤਕ ਪ੍ਰੋਗਰਾਮਾਂ ਦੇ ਵਿੱਚ ਵੀ ਇਕੱਠੇ ਜਾਂਦੇ ਸੀ, ਗੱਲਾਂ ਬਾਤਾਂ ਵੀ ਕਰਦੇ ਸੀ। ਸੋ ਉਹ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਜੀਂਦੇ ਜੀ ਅਸੀਂ ਉਹਨਾਂ ਦੀ ਉਨੀ ਕਦਰ ਨਹੀਂ ਪਾਈ, ਅਤੇ ਜਦੋਂ ਉਹ ਚਲੇ ਗਏ ਅਸੀਂ ਉਹਨਾਂ ਨੂੰ ਸਾਰੇ ਯਾਦ ਕਰਦੇ ਹਾਂ। ਲੇਕਿਨ ਉਹਨਾਂ ਦੀ ਜਿਹੜੀ ਕਵਿਤਾ ਹੈ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਸਤਲੁਜ ਦੀ ਹਵਾ, ਜਿੰਨੀਆਂ ਵੀ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਭਾਵੇਂ ਉਹ 4-5 ਨੇ, ਅਤੇ ਉਹਨਾਂ ਦੇ ਵਿੱਚ ਜਿਹੜੀ ਪੋਇਟਰੀ ਹੈਗੀ ਹੈ, ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੇ ਦਰਦ ਨੂੰ ਬਿਆਨਿਆ ਹੈ, ਜਿਸ ਤਰ੍ਹਾਂ ਬੇਇਨਸਾਫੀ ਨੂੰ ਬੇਨਕਾਬ ਕੀਤਾ ਹੈ, ਉਹ ਵਾਕਿਆ ਹੀ ਸ਼ਲਾਘਾਯੋਗ ਨੇ। ਸੋ ਲਾਲ ਸਿੰਘ ਦਿਲ ਸਾਡੇ ਸਮਰਾਲੇ ਦਾ ਮਾਣ ਸਨ। ਤੋਂ ਉਹਨਾਂ ਦੇ ਜਨਮ ਦਿਨ 'ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਹਮੇਸ਼ਾ ਸਾਡੇ ਨਾਲ ਆਪਣੀ ਕਵਿਤਾ ਰਾਹੀਂ, ਆਪਣੇ ਵਿਚਾਰਾਂ ਰਾਹੀਂ ਸਾਡੇ ਨਾਲ ਰਹਿਣਗੇ। ਸੋ ਇਸੇ ਪ੍ਰਕਾਰ ਦੋਸਤੋ ਇੱਕ ਹੋਰ ਵਿਅਕਤੀ ਦੀ ਆਪਾਂ ਗੱਲ ਕਰਦੇ ਹਾਂ। ਇਹ ਬੜਾ ਯੰਗ ਨੌਜਵਾਨ ਸਾਡਾ ਨਾਟਕਕਾਰ ਸੀ, ਸਫਦਰ ਹਾਸ਼ਮੀ ਸਾਹਿਬ। ਅਤੇ ਇਹਨਾਂ ਦੀ ਉਮਰ ਸਿਰਫ 34 ਸਾਲ ਸੀ ਜਦੋਂ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ। ਸੇ ਨੁੱਕੜ ਨਾਟਕ ਕਰਦੇ ਸਨ ਸਮਾਜਿਕ ਬੇਇਨਸਾਫੀ ਦੇ ਖਿਲਾਫ। ਸੋ ਇਹਨਾਂ ਦਾ ਜਿਹੜਾ ਜਨਮ ਹੈ ਉਹ ਵੀ 12 ਅਪ੍ਰੈਲ ਨੂੰ ਹੋਇਆ ਸੀ, 12 ਅਪ੍ਰੈਲ 1954 ਨੂੰ, ਅਤੇ ਮੌਤ ਜਿਹੜੀ ਹੈਗੀ ਆ 2 ਜਨਵਰੀ 1999 ਨੂੰ ਹੋਈ। ਸੋ ਇਹਨਾਂ ਨੇ ਬੜਾ ਨਾਮ ਕਮਾਇਆ। ਲੇਕਿਨ ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਜਿਹੜੀ ਸਤ੍ਹਾ ਹੈ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੀ। ਜਦੋਂ ਕੋਈ ਉਹਦੇ ਖਿਲਾਫ ਬੋਲਦਾ ਹੈ, ਉਹਦੇ ਪੇਸ਼ ਪੈ ਜਾਂਦੀ ਹੈ, ਅਤੇ ਉਹਦੇ ਕੋਲ ਬੜੇ ਹੱਥ ਕੰਡੇ ਹੁੰਦੇ ਨੇ, ਤੁਹਾਨੂੰ ਜੇਲ੍ਹਾਂ 'ਚ ਤੁੰਨਣ ਤੋਂ ਲੈ ਕੇ ਤੁਹਾਨੂੰ ਕਤਲ ਕਰਾਉਣ ਤੱਕ ਦੇ। ਸੋ ਇਸੇ ਤਰ੍ਹਾਂ ਜਿਹੜਾ ਹੈ ਸਫਦਰ ਹਾਸ਼ਮੀ, ਉਸ ਦਾ ਵੀ ਜਿਹੜਾ ਕਤਲ ਹੋ ਗਿਆ ਸੀ, ਅਤੇ ਉਸ ਨੂੰ ਵੀ ਅਸੀਂ ਯਾਦ ਕਰਦੇ ਹਾਂ। ਸੋ ਦੋਸਤੋ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਇੰਡੀਆ ਦੇ ਵਿੱਚ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਕੋਵਿਡ ਦਾ ਜਿਹੜੇ ਹਾਲਾਤ ਨੇ ਉਹ ਬਹੁਤ ਗੰਭੀਰ ਨੇ। ਜੇ ਤੁਸੀਂ ਕੈਨੇਡਾ ਤੋਂ ਭਾਰਤ ਨੂੰ ਯਾਤਰਾ ਕਰ ਰਹੇ ਹੋ ਤੇ ਬਹੁਤ ਜ਼ਰੂਰੀ ਕੰਮ ਹੈ, ਕੋਈ ਸਾਨੂੰ ਕਹਿ ਲਓ ਕਿ ਕਦੀ ਦੁੱਖ ਦੇ ਮੌਕੇ 'ਤੇ ਕਦੀ ਸੁੱਖ ਦੇ ਮੌਕੇ 'ਤੇ ਜਾਣਾ ਪੈਂਦਾ, ਪਰ ਮੇਰੀ ਤੁਹਾਨੂੰ ਇਹੋ ਬੇਨਤੀ ਹੈ ਕਿ ਅਵੋਇਡ ਕਰੋ, ਨਾ ਜਾਓ।
ਤੇ ਇਸੇ ਤਰ੍ਹਾਂ ਜਿਹੜੇ ਭਾਰਤ ਤੋਂ ਲੋਕ ਆ ਰਹੇ ਨੇ, ਬਾਹਰ ਆ ਰਹੇ ਨੇ, ਕੁਛ ਦੇਰ ਰੁਕ ਜਾਓ ਅਜੇ, ਤੇ ਇਹ ਜਿਹੜੀ ਸਥਿਤੀ ਹੈ ਇਹਨੂੰ ਠੀਕ ਹੋ ਲੈਣ ਦਿਓ। ਆਪਾਂ ਫਿਰ ਟਰੈਵਲ ਹੀ ਕਰਨਾ ਹੈ, ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ। ਤੁਹਾਨੂੰ ਕਿਤੋਂ ਕੋਵਿਡ ਚੁੰਬੜ ਗਿਆ, ਇੱਥੋਂ ਗਿਆਂ ਨੂੰ ਚੁੰਬੜ ਗਿਆ, ਹਸਪਤਾਲਾਂ ਦੇ ਵਿੱਚ ਕੀ ਹਾਲ ਹੈ, ਸੋ ਕਿਸ ਤਰ੍ਹਾਂ ਬੇਕਦਰੀ ਹੁੰਦੀ ਹੈ, ਤੇ ਉਹ ਤੁਸੀਂ ਸਾਰੇ ਜਾਣਦੇ ਹੋ, ਅਖਬਾਰਾਂ ਪੜ੍ਹਦੇ ਹੋ। ਸੋ ਇਸ ਵਾਰ ਇਹ ਵੀ ਪਤਾ ਲੱਗਿਆ ਹੈ ਕਿ ਇੱਕ ਵਾਰੀ ਫੇਰ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਆਪਣੇ ਰੋਜੀ ਰੋਟੀ ਲਈ ਆਉਂਦੇ ਨੇ ਪੰਜਾਬ ਦੇ ਵਿੱਚ, ਬਿਹਾਰ ਤੋਂ, ਹੋਰ ਕਿਤੋਂ, ਤਾਂ ਉਹ ਜਿਹੜੇ ਹੈਗੇ ਨੇ ਰੇਲਵੇ ਸਟੇਸ਼ਨ ਭਰੇ ਪਏ ਨੇ। ਇੱਕ ਵਾਰ ਜਿਹੜਾ ਮੁੜ ਕੇ ਫੇਰ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਉੱਥੋਂ ਛੱਡ ਕੇ, ਜਿਹੜਾ ਆਪਣੀ ਕੰਮ ਵਾਲੀ ਜਗ੍ਹਾ ਉਹਨੂੰ ਛੱਡ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ। ਸੋ ਅਸੀਂ ਭਾਰਤ ਸਰਕਾਰ ਨੂੰ ਜਾਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪਿਛਲੀ ਵਾਰ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿ ਪਿਛਲੀ ਵਾਰ ਇਹਨਾਂ ਲੋਕਾਂ ਨੇ ਬੜਾ ਜਿਹੜਾ ਦੁੱਖ ਉਠਾਇਆ, ਕਿਉਂਕਿ ਹਜ਼ਾਰਾਂ ਮੀਲ ਪੈਦਲ ਤੁਰ ਕੇ, ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ, ਕਈ ਰਸਤੇ 'ਚ ਮਰ ਗਏ, ਭੁੱਖ ਨਾਲ ਮਰ ਗਏ। ਸੋ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਤੇ ਜਾਂ ਤਾਂ ਇਹਨਾਂ ਨੂੰ ਯਕੀਨ ਦਿਵਾਇਆ ਜਾਵੇ ਕਿ ਅਸੀਂ ਜਿਹੜਾ ਜਲਦੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਹੀਂ ਹੋਣਗੇ, ਤੇ ਕੰਮ ਤੁਹਾਨੂੰ ਮਿਲਦਾ ਰਹੇਗਾ, ਰੋਜੀ ਰੋਟੀ ਤੁਹਾਡੀ ਚੱਲਦੀ ਰਹੇਗੀ, ਤੇ ਜਾਂ ਫਿਰ ਇਹਨਾਂ ਨੂੰ ਸਹੀ ਤਰੀਕੇ ਨਾਲ ਇਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇ। ਸੋ ਦੋਸਤੋ, ਤੁਸੀਂ ਸਾਰੇ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਮੈਨੂੰ ਟੈਲੀਫੋਨ ਵੀ ਕਰਦੇ ਹੋ, ਈਮੇਲਸ ਭੇਜਦੇ ਹੋ, YouTube ਤੇ ਜਾ ਕੇ ਆਪਣੇ ਵਿਚਾਰ ਵੀ ਲਿਖਦੇ ਹੋ। ਭਾਵੇਂ ਬਹੁਤ ਤੁਸੀਂ ਘੱਟ ਗਿਣਤੀ ਦੇ ਵਿੱਚ YouTube ਤੇ ਜਾ ਕੇ ਵਿਚਾਰ ਲਿਖਦੇ ਹੋ, ਲੇਕਿਨ ਫਿਰ ਵੀ ਜਿਹੜਾ ਤੁਹਾਡਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਉਹਦੇ ਲਈ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਸੋ ਮਨਿੰਦਰ ਸਿੰਘ ਮੰਗਟ ਸਾਹਿਬ ਇਹ ਕੈਲਗਰੀ 'ਚ ਰਹਿੰਦੇ ਨੇ ਤੇ ਆਪ ਬਹੁਤ ਅੱਛੇ ਗਾਇਕ ਨੇ, ਤੋਂ ਮੇਰੇ ਪਾਠਕ ਵੀ ਨੇ। ਜਦੋਂ ਮੈਂ ਸਪੇਸ ਬਾਰੇ ਕੋਈ ਵੀ ਆਰਟੀਕਲ ਲਿਖਦਾ ਉਦੋਂ ਵੀ ਇਹਨਾਂ ਦਾ ਫੋਨ ਵੀ ਆਉਂਦਾ ਤੇ ਵਿਚਾਰ ਵੀ ਮੇਰੇ ਨਾਲ ਸਾਂਝੇ ਕਰਦੇ ਨੇ। ਤੋਂ ਇਹ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਇਹਨਾਂ ਨੇ ਕੁਝ ਸੁਝਾਅ ਵੀ ਦਿੱਤੇ ਨੇ, ਤੇ ਇਹ ਚਾਹੁੰਦੇ ਆ ਕਿ ਜਿਹੜਾ ਹੈਗਾ ਬ੍ਰਹਿਮੰਡ ਬਾਰੇ ਤੇ ਹੋਰ ਜਿਹੜੇ ਅਸੀਂ ਪ੍ਰੋਗਰਾਮ ਹੈ ਉਹਦੇ ਤੇ ਗੱਲਬਾਤ ਕਰੀਏ। ਸੋ ਮਨਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹਰਜੀਤ ਸਿੰਘ ਦਿਓਲ ਸਾਹਿਬ ਤੋਂ ਹਰ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਡੇ ਤੱਕ ਪੁੱਜਦੇ ਕਰਦੇ ਨੇ। ਦਿਓਲ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਮਨਪ੍ਰੀਤ ਸਿੰਘ, ਇਹਨਾਂ ਨੇ ਵੀ ਆਪਣੇ ਪ੍ਰੋਗਰਾਮ ਨੂੰ ਪਸੰਦ ਕੀਤਾ ਤੇ ਆਪਣੇ ਵਿਚਾਰ ਭੇਜੇ ਨੇ, ਤੇ ਤੁਹਾਡਾ ਵੀ ਸ਼ੁਕਰੀਆ ਜੀ। ਹਿੰਮਤ ਸਿੰਘ ਕੈਲੀਫੋਰਨੀਆ ਤੋਂ ਹਰੇਕ ਪ੍ਰੋਗਰਾਮ ਤੋਂ ਬਾਅਦ ਭਾਜੀ ਸਾਨੂੰ ਆਪਣਾ ਸੰਦੇਸ਼ ਭੇਜਦੇ ਨੇ, ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੁਖਦੇਵ ਸਿੰਘ ਸਮਰਾ ਸਾਹਿਬ, ਤੁਹਾਡਾ ਵੀ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸੋ ਉਮੀਦ ਕਰਦਾ ਹਾਂ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮਾਂ ਨੂੰ ਦੇਖਦੇ ਨੇ, ਪਤਾ ਲੱਗ ਜਾਂਦਾ ਹੈ ਤੁਹਾਨੂੰ ਕਿ ਕਿੰਨੇ ਕੁ ਲੋਕ ਦੇਖਦੇ ਨੇ। ਕਈ ਵਾਰ ਉਹਨਾਂ ਕੋਲ ਜਾਂ ਸਮਾਂ ਨਹੀਂ ਹੁੰਦਾ, ਜਾਂ ਉਹ ਸੰਦੇਸ਼ ਭੇਜਣ 'ਚ ਜੱਕ ਜਾਂਦੇ ਨੇ। ਸੋ ਸਾਨੂੰ ਭੇਜੋ। ਕਾਰਨ ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨੇ ਸੰਦੇਸ਼ ਤੁਸੀਂ ਲਿਖੋਗੇ, ਮੈਸੇਜ ਲਿਖੋਗੇ ਜਾਂ ਹੋਰ, ਉਹਦੇ ਨਾਲ ਜਿਹੜਾ ਹੈਗਾ YouTube ਸਾਨੂੰ ਬਾਕੀ ਲੋਕਾਂ ਤੱਕ ਪਹੁੰਚਾਉਂਦਾ। ਤੋ ਇਸੇ ਕਰਕੇ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਚੈਨਲ ਹੈ, ਸਾਹਿਤਕ ਚੈਨਲ ਹੈ, ਇੱਕ ਆਪਣੇ ਕੋਲ ਪਲੇਟਫਾਰਮ ਆਪਾਂ ਸ਼ੁਰੂ ਕੀਤਾ ਹੈ, ਤੋ ਇਹ ਇੱਥੇ ਰਹੇ, ਕਾਇਮ ਰਹੇ, ਤੇ ਤੁਸੀਂ ਦੁਨੀਆ ਭਰ ਦੇ ਵਿੱਚ ਇਸ ਨੂੰ ਵੇਖ ਸਕੋ। ਸੋ ਪ੍ਰੋਗਰਾਮ ਦਾ ਦੋਸਤੋ ਜਿਹੜਾ ਸਮਾਂ ਉਹ ਸਮਾਪਤੀ ਵਾਲਾ ਹੈ ਤਕਰੀਬਨ। ਤੋ ਇੱਥੇ ਮੈਂ ਜਾਂਦਾ ਹੋਇਆ ਤੁਹਾਨੂੰ ਇੱਕ ਗੱਲ ਇਹ ਕਹੂੰਗਾ ਕਿ ਆਪਾਂ ਕੋਵਿਡ ਤੋਂ ਬੜਾ ਕੁਝ ਸਿੱਖਿਆ ਵੀ ਆ ਤੇ ਬੜਾ ਕੁਝ ਗਵਾਇਆ ਵੀ ਹੈ। ਸੋ ਬਹੁਤ ਸਾਰੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਜਾਨ ਤੋਂ ਪਿਆਰੇ ਸਕੇ ਸੰਬੰਧੀ ਨੇ ਜਿਹੜੇ ਉਹ ਛੱਡ ਕੇ ਇਸ ਬਿਮਾਰੀ ਕਾਰਨ ਚਲੇ ਗਏ। ਤਾਂ ਬਹੁਤ ਸਾਰੇ ਨੇ ਜਿਹੜੇ ਹਸਪਤਾਲਾਂ 'ਚ ਪਏ ਨੇ। ਸਾਡੀ ਸਾਰਿਆਂ ਨਾਲ ਹਮਦਰਦੀ ਹੈ। ਇੱਕ ਤਾਂ ਦੋਸਤੋ ਅਫਵਾਹਾਂ ਤੋਂ ਬਚੋ। ਕਈ ਵਾਰ ਲੋਕ ਤੁਹਾਨੂੰ ਵੈਕਸੀਨਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਉਡਾਉਂਦੇ ਨੇ, ਤੇ ਮੈਂ ਕਹਾਂਗਾ ਕਿ ਆਪਣੀ ਸੇਫਟੀ ਲਈ, ਆਪਣੇ ਪਰਿਵਾਰ ਦੇ ਬਚਾਅ ਲਈ ਅਤੇ ਦੂਸਰਿਆਂ ਦੇ ਬਚਾਅ ਲਈ ਤੁਹਾਨੂੰ ਕਿਤੋਂ ਵੀ ਵੈਕਸੀਨ ਮਿਲਦੀ ਹੈ ਤੇ ਤੁਸੀਂ ਉਸ ਉਮਰ ਦੇ ਵਿੱਚ ਆਉਂਦੇ ਹੋ ਤਾਂ ਵੈਕਸੀਨ ਲਵਾ ਲਓ। ਤਾਂ ਇਸ ਨੂੰ ਮਜ਼ਾਕ ਨਾ ਸਮਝੋ, ਕਿਉਂਕਿ ਜਿਹੜੇ ਲੋਕਾਂ ਨੇ ਇਸ ਬਿਮਾਰੀ ਨੂੰ ਭੋਗਿਆ ਹੈ ਉਹ ਜਾਣਦੇ ਨੇ, ਤੇ ਮੈਂ ਵੀ ਇਸ ਦਾ ਸ਼ਿਕਾਰ ਹੋਇਆ ਸੀ, ਸਾਡੀ ਫੈਮਿਲੀ ਵੀ ਹੋਈ ਸੀ। ਤਾਂ ਅਸੀਂ ਵੀ ਆਪਣੇ ਪਿਆਰਿਆਂ ਨੂੰ ਗਵਾਇਆ ਹੈ। ਕਰਮ ਸਿੰਘ ਪੂਨੀਆ ਉਹ ਇਸੇ ਕਾਰਨ ਚਲੇ ਗਏ ਸੀ। ਤਾਂ ਹੋਰ ਵੀ ਬਹੁਤ ਸਾਰੇ ਲੋਕ ਨੇ। ਤਾਂ ਦੂਜਾ, ਸਾਨੂੰ ਇਸ ਨੇ ਬਹੁਤ ਕੁਝ ਸਿਖਾਇਆ ਵੀ ਹੈ। ਸਿਖਾਇਆ ਇਹ ਹੈ ਕਿ ਅਸੀਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਵਧਾ ਲਿਆ ਸੀ, ਖਰਚੇ ਇਸ ਤਰ੍ਹਾਂ ਦੇ ਵਧਾ ਲਏ ਸੀ, ਇਸ ਤਰ੍ਹਾਂ ਦੇ ਦਿਖਾਵੇ ਵਧਾ ਲਏ ਸੀ, ਤਾਂ ਉਹਨਾਂ ਨੂੰ ਕੁਝ ਘੜੀ ਲਈ ਠੱਲ ਪਈ ਹੈ। ਤੁਸੀਂ ਮੈਰਿਜ ਪੈਲਸਾਂ ਦੇ ਵਿੱਚ ਦੇਖਿਆ। ਸੋ ਕਿਵੇਂ ਅਸੀਂ ਫੂਡ ਦੀ ਬਰਬਾਦੀ ਕਰਦੇ ਸੀ। ਇੱਥੇ ਅਸੀਂ ਹਾਲਾਂ 'ਚ ਦੇਖਿਆ, ਇੱਕ ਵਿਆਹ ਦੀਆਂ 7-7 8-8 ਪਾਰਟੀਆਂ, ਪਾਰਟੀ ਆਫਟਰ ਪਾਰਟੀ, ਵੱਡੇ ਵੱਡੇ ਦਾਜ ਦਹੇਜ, 100 ਲੋਕ ਤਾਂ ਮਤਲਬ ਬਹੁਤ ਤੁਹਾਨੂੰ ਕਿਤੇ ਮਿਲਣੇ ਹੀ ਨਹੀਂ। ਹਜ਼ਾਰ ਬੰਦਾ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਉਹ ਸ਼ਿਰਕਤ ਕਰ ਰਿਹਾ। ਹਾਂਜੀ,
ਤੇ ਫੂਡ ਵੇਸਟ ਹੋ ਰਿਹਾ ਹੈ। ਭਰੀਆਂ ਭਰਾਈਆਂ ਪਲੇਟਾਂ ਗਾਰਬੇਜ ਸੁੱਟੀਆਂ ਜਾ ਰਹੀਆਂ, ਦੁਨੀਆ ਭੁੱਖ ਨਾਲ ਮਰ ਰਹੀ ਹੈ। ਅਸੀਂ ਅਨਾਜ ਨੂੰ ਬੇਦਰਦੀ ਨਾਲ ਬਰਬਾਦ ਕਰ ਰਹੇ ਹਾਂ। ਅਸੀਂ ਪੈਸੇ ਦੀ ਬਰਬਾਦੀ ਕਰ ਰਹੇ ਹਾਂ। ਅਸੀਂ ਕਾਰਡਾਂ ਤੋਂ ਚੱਕ ਕੇ ਪੈਸਾ ਝੂਠੇ ਦਿਖਾਵਿਆਂ ਲਈ ਦੇ ਰਹੇ ਹਾਂ, ਦਾਜ 'ਚ ਦੇ ਰਹੇ ਹਾਂ, ਸ਼ੋਅ ਅਪ ਕਰ ਰਹੇ ਹਾਂ। ਕਾਹਦੇ ਲਈ? ਤੇ ਹੁਣ ਵੀ ਤਾਂ ਅਸੀਂ ਵਿਆਹ ਸ਼ਾਦੀ ਹੋ ਰਹੇ ਨੇ, ਹੁਣ 10 ਬੰਦੇ ਜਾਂਦੇ ਨੇ, ਵਿਆਹ ਸ਼ਾਦੀ ਕਰਦੇ ਨੇ, ਕੋਈ ਖਰਚਾ ਨਹੀਂ ਹੁੰਦਾ, ਕਿਸੇ ਨੂੰ ਬੁਲਾਇਆ ਨਹੀਂ ਜਾਂਦਾ। ਸੋ ਦੋਸਤੋ, ਇਹ ਇੱਕ ਬਹੁਤ ਅਹਿਮ ਮਸਲਾ ਹੁੰਦਾ ਹੈ। ਤੋ ਅਸੀਂ ਇਹਨੂੰ ਕੀ ਕੀਤਾ? ਅਸੀਂ ਇਹਨੂੰ ਇੱਕ ਦਿਖਾਵੇ ਦਾ ਬਣਾ ਦਿੱਤਾ। ਅਸੀਂ ਵਿਆਹ ਸ਼ਾਦੀ ਇੱਕ ਬਿਜ਼ਨਸ ਬਣਾ ਕੇ ਰੱਖ ਦਿੱਤੇ। ਅਸੀਂ ਪੋਲੀਟੀਕਲ ਲੀਡਰਾਂ ਨੂੰ ਸੱਦੇ ਦੇ ਕੇ, ਅਸੀਂ ਉਹ ਜਿਹਦੀ ਕਿਸੇ ਨੂੰ ਕਾਰਡ ਦੇ ਕੇ, ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਕਰਕੇ ਤੇ ਜਿਹੜੇ ਜਿਨ੍ਹਾਂ ਦਾ ਵਿਆਹ ਹੁੰਦਾ ਉਹ ਵਿਚਾਰੇ ਖੂੰਜੇ ਲੱਗੇ ਬੈਠੇ ਹੁੰਦੇ, ਉਹਨਾਂ ਨੂੰ ਪੁੱਛਦਾ ਵੀ ਨਹੀਂ। ਲੀਡਰ ਬੋਲੀ ਜਾ ਰਹੇ ਨੇ, ਹੋਰ ਬੋਲੀ ਜਾ ਰਹੇ ਨੇ, ਘਸਮਾਨ ਪੈ ਰਿਹਾ। ਸੋ ਅਸੀਂ ਕੋਵਿਡ ਤੋਂ ਇਹ ਚੀਜ਼ਾਂ ਸਿੱਖੀਆਂ ਨੇ। ਜੇ ਅਸੀਂ ਹੁਣ ਵਿਆਹ ਸ਼ਾਦੀਆਂ ਇਸ ਤਰ੍ਹਾਂ ਕਰ ਸਕਦੇ ਹਾਂ, 10-10 ਬੰਦੇ ਕਰ ਸਕਦੇ ਹਾਂ, ਬਗੈਰ ਖਰਚੇ ਤੋਂ ਕਰ ਸਕਦੇ ਹਾਂ। ਸੋ ਨਾ ਤਾਂ ਅਨਾਜ ਵੇਸਟ ਹੁੰਦਾ, ਫੂਡ ਵੇਸਟ ਹੁੰਦਾ, ਨਾ ਪੈਸਾ ਵੇਸਟ ਹੁੰਦਾ, ਤੇ ਨਾ ਜਿਹੜਾ ਸਾਡੇ ਸਮੇਂ ਦੀ ਬਰਬਾਦੀ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਫਿਊਚਰ ਦੇ ਵਿੱਚ ਸਿੱਖਣਾ ਹੈ। ਸੋ ਇਹ ਜਿਹੜੀ ਬਿਮਾਰੀ ਆਈ ਹੈ, ਸੋ ਇਹਨੇ ਕਿਸ ਤਰ੍ਹਾਂ ਦਾ ਮਨੁੱਖ ਲਈ ਖਤਰਾ ਪੈਦਾ ਕਰ ਦਿੱਤਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਯੂਨੀਵਰਸ ਦੇ ਵਿੱਚ, ਸਾਡੇ ਬ੍ਰਹਿਮੰਡ ਦੇ ਵਿੱਚ ਸਾਡੀ ਧਰਤੀ ਤੋਂ ਇਲਾਵਾ ਹੋਰ ਕਿਤੇ ਵੀ ਮਨੁੱਖੀ ਬਸੋਂ ਨਹੀਂ ਹੈ। ਸੌਰ ਮੰਡਲ 'ਚ ਤਾਂ ਹੈ ਨਹੀਂ। ਹੋ ਸਕਦਾ ਮਿਲਕੀ ਵੇ ਗਲੈਕਸੀ ਦੇ ਕਿਸੇ ਸਿਤਾਰੇ ਤੇ ਕੋਈ ਸਾਡੇ ਵਰਗੇ ਲੋਕ ਰਹਿੰਦੇ ਹੋਣ, ਪਰ ਅਜੇ ਤੱਕ ਸਾਇੰਸ ਨੇ ਇਸ ਨੂੰ ਖੋਜਿਆ ਨਹੀਂ। ਪਰ ਇਹ ਵੀ ਨਹੀਂ ਕਿ ਇਹ ਨਹੀਂ ਹੋ ਸਕਦਾ, ਇਹ ਹੋ ਸਕਦਾ ਹੈ। ਲੇਕਿਨ ਮੈਂ ਇੱਕ ਚੀਜ਼ ਦੱਸ ਦਿੰਦਾ ਹਾਂ ਕਿ ਕਿਸੇ ਵੀ ਬਿਮਾਰੀ ਕਾਰਨ, ਕਿਸੇ ਵੀ ਬੈਕਟੀਰੀਆ ਕਾਰਨ ਅਗਰ ਜਿਹੜੀ ਸਾਡੀ ਧਰਤੀ ਦਾ ਜੀਵਨ ਖਤਰੇ ਦੇ ਵਿੱਚ ਪੈ ਗਿਆ, ਤਾਂ ਅਰਬਾਂ ਖਰਬਾਂ ਸਾਲਾਂ ਬਾਅਦ ਤੇ ਮੁੜ ਕੇ ਇਹ ਜਿਹੜੀ ਮਨੁੱਖੀ ਨਸਲ ਹੈ ਇਹ ਪੈਦਾ ਨਹੀਂ ਹੋ ਸਕੇਗੀ ਸਾਡੇ ਸੌਰ ਮੰਡਲ ਦੇ ਵਿੱਚ। ਸੋ ਇਸ ਨੂੰ ਬਚਾਉਣਾ, ਇਸ ਨੂੰ ਬਚਾ ਕੇ ਰੱਖਣਾ, ਇਸ ਨੂੰ ਇhtiyਾਤ ਵਰਤਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਅਸੀਂ ਮੰਗਲ ਗ੍ਰਹਿ ਤੇ, ਅੱਜ ਅਸੀਂ ਚੰਦਰਮਾ ਤੇ ਸਥਾਨ ਲੱਭਦੇ ਫਿਰਦੇ ਹਾਂ ਕਿ ਜੇ ਧਰਤੀ ਦੇ ਉੱਪਰ ਮਨੁੱਖੀ ਨਸਲ ਨਸ਼ਟ ਹੋਣੀ ਸ਼ੁਰੂ ਹੋ ਗਈ ਤਾਂ ਅਸੀਂ ਮਨੁੱਖ ਨੂੰ ਕਿਵੇਂ ਬਚਾ ਕੇ ਰੱਖਣਾ ਹੈ, ਤਾਂ ਕਿ ਅਸੀਂ ਥੋੜ੍ਹੇ ਜਿਹੇ ਬੰਦੇ ਚੰਦ ਤੇ ਕੱਢ ਦਈਏ, ਥੋੜ੍ਹੇ ਜਿਹੇ ਬੰਦੇ ਅਸੀਂ ਮੰਗਲ ਗ੍ਰਹਿ ਤੇ ਕੱਢ ਦਈਏ। ਇਹ ਡਰ ਹਰ ਮਨੁੱਖ ਦੇ ਮਨ ਦੇ ਵਿੱਚ ਹੈ। ਤਾਂ ਅਸੀਂ ਇਸ ਨੂੰ ਇੰਨੇ ਹਲਕੇ ਵਿੱਚ ਨਾ ਲਈਏ। ਤਾਂ ਅਸੀਂ ਸਹਿਯੋਗ ਕਰੀਏ, ਸਰਕਾਰਾਂ ਦਾ ਸਹਿਯੋਗ ਕਰੀਏ, ਡਾਕਟਰਾਂ ਦਾ ਸਹਿਯੋਗ ਕਰੀਏ, ਡਾਕਟਰਾਂ ਦਾ ਕਹਿਣਾ ਮੰਨੀਏ, ਆਪਣੇ ਘਰਾਂ ਦੇ ਵਿੱਚ ਰਹੀਏ ਤੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕੀਏ, ਤੇ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਆਮ ਵਰਗਾ ਹੋ ਸਕੇ। ਸੋ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ, ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ। ਅੰਤ ਤੇ ਇੱਕ ਵਾਰ ਫੇਰ ਕਹਾਂਗਾ, ਜੇ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਜ਼ਰੂਰ ਇਸ ਨੂੰ ਲਾਈਕ ਬਟਨ ਨੂੰ ਵੀ ਪ੍ਰੈਸ ਕਰੋ ਤੇ ਪ੍ਰੋਗਰਾਮ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਸਾਨੂੰ ਸਬਸਕ੍ਰਾਈਬਰ ਦੀ ਜ਼ਰੂਰਤ ਹੈ। ਤਾਂ ਹੀ ਸਾਡਾ ਪ੍ਰੋਗਰਾਮ ਹੈ ਜਿਹੜਾ ਉਹ ਹੋਰ ਲੋਕਾਂ ਤੱਕ ਜਾ ਸਕਦਾ, ਹੋਰ ਕਮਿਊਨਿਟੀਆਂ ਤੱਕ ਜਾ ਸਕਦਾ ਹੈ। ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਵੇਂ ਪ੍ਰੋਗਰਾਮ ਲੈ ਕੇ ਆਵਾਂਗੇ। ਇੱਥੇ ਹੀ ਮੇਜਰ ਮੰਗਟ ਨੂੰ ਆਗਿਆ ਦਿਓ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।